Hello everyone. In this video we will continue with chapter number 14 of class 10th science। ਜਿੱਦਾਂ ਕਿ ਆਪਾਂ ਗੱਲ ਕਰ ਚੁੱਕੇ ਸੀ ਬਾਇਓਮਾਸ ਬਾਰੇ। ਬਾਇਓਮਾਸ 'ਚ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਆਪਾਂ ਨੂੰ ਫਿਊਲ ਜਿਹੜਾ ਆਪਾਂ ਨੂੰ ਫਿਊਲ ਹੈ ਨਾਰਮਲੀ ਪਲਾਂਟਸ ਐਂਡ ਐਨੀਮਲਸ ਤੋਂ ਜਿਹੜਾ ਪ੍ਰੋਵਾਈਡ ਹੋ ਸਕਦਾ, ਠੀਕ ਹੈ, ਜਾਂ ਇਨਵਾਇਰਨਮੈਂਟ ਤੋਂ ਪ੍ਰੋਵਾਈਡ ਹੋ ਸਕਦਾ ਹੈ। ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਵੁੱਡ ਇਜ਼ ਅ ਮੇਨ ਸੋਰਸ ਆਫ ਦੀ ਫੂਲ, ਠੀਕ ਹੈ, ਫਿਊਲ। ਆਪਾਂ ਵੁੱਡ ਮੇਨ ਸੋਰਸ ਆਫ ਅ ਫਿਊਲ ਐਜ਼ ਅ ਯੂਜ਼ ਕਰ ਸਕਦੇ ਸੀ, ਬਟ ਹੋਰ ਆਪਾਂ ਚਾਰਕੋਲ ਬਾਰੇ ਵੀ ਇਹਦੇ ਵਿੱਚ ਦੇਖਿਆ ਕਿ ਚਾਰਕੋਲ ਕਿੱਦਾਂ ਬਣਦਾ ਪਿਆ। Now we will discuss about the gobar gas, that is called the ਬਾਇਓਗੈਸ ਇਜ਼ ਪ੍ਰੋਡਿਊਸ ਇਨ ਅ ਪਲਾਂਟ। ਠੀਕ ਹੈ, ਪਲਾਂਟ ਦੇ ਵਿੱਚ ਅਗਰ ਆਪਣਾ ਬਾਇਓਗੈਸ ਪ੍ਰੋਡਿਊਸ ਹੁੰਦੀ ਹੈ ਉਹ ਗੋਬਰ ਗੈਸ ਕਹੀਦਾ ਜਿਹਨੂੰ ਆਪਾਂ, ਠੀਕ ਹੈ। ਬਾਇਓਗੈਸ ਪਲਾਂਟ ਵੀ ਕਹਿ ਦਿੰਦੇ, ਗੋਬਰ ਗੈਸ ਵੀ ਕਹਿ ਦਿੰਦੇ ਇਹਨੂੰ। ਚਲੋ ਲੈਟ ਸਟਾਰਟ ਵਿਦ ਦੀ ਟੋਪਿਕ। ਦ ਪਲਾਂਟ ਹੈਜ਼ ਅ ਡੂਮ ਲਾਈਕ ਸਟਰਕਚਰ ਬਿਲਡ ਵਿਦ ਦ ਬ੍ਰਿਕਸ। ਦੇਖੋ ਤੁਹਾਡੇ ਕੋਲ ਜਿੱਥੇ ਗੈਸ ਟੈਂਕ ਲਿਖਿਆ ਹੋਇਆ ਗੱਬੇ, ਠੀਕ ਹੈ, ਉੱਥੇ ਪਾਈਪ ਲੱਗਾ ਹੋਇਆ, ਉਹ ਡੂਮ ਲਾਈਕ ਸਟਰਕਚਰ, ਡੂਮ ਉਹਨੂੰ ਹੀ ਕਹਿੰਦੇ ਨੇ, ਸਰਕਲ ਦੇ ਵਿੱਚ ਜਿਹੜਾ ਗੋਲ ਬਣਿਆ ਹੋਇਆ, ਦੈਟ ਇਜ਼ ਕਾਲਡ ਦੀ ਡੂਮ। ਅ ਸਲਰੀ ਆਫ ਕਾਊ ਡੰਕ ਐਂਡ ਵਾਟਰ ਇਜ਼ ਮੇਡ ਇਨ ਦਾ ਮਿਕਸਿੰਗ ਟੈਂਕ ਫਰੋਮ ਵੇਅਰ ਇਟ ਇਜ਼ ਫੀਡ ਇਨਟੂ ਦੀ ਡਾਈਜੈਸਟਰ। ਲੈਫਟ ਹੈਂਡ ਸਾਈਡ ਦੇ ਵਿੱਚ ਦੇਖੋ ਸਲਰੀ ਜਿੱਥੇ ਲਿਖਿਆ ਹੋਇਆ ਫਿਗਰ ਦੇ ਵਿੱਚ, ਫਿਗਰ 14.4 ਦੇ ਵਿੱਚ, ਉੱਥੇ ਆਪਾਂ ਦੇਖ ਸਕਦੇ ਹਾਂ ਕਿ ਉੱਥੇ ਸਲਰੀ ਲਿਖਿਆ ਹੋਇਆ, ਉੱਥੇ ਆਪਾਂ ਕਾਊ ਡੰਕ, ਮੱਝ ਦਾ ਗੋਹਾ ਹੁੰਦਾ, ਤੇ ਉਹਨੂੰ ਪਾਣੀ ਦੇ ਨਾਲ ਮਿਕਸ ਕਰਕੇ ਇਹਨੂੰ ਐਡ ਔਨ ਕਰਨਾ ਵਿੱਚ ਸਟਾਰਟ ਕਰ ਦਈਦਾ ਆ। ਦਾ ਡਾਈਜੈਸਟਰ ਇਜ਼ ਸੀਲਡ ਚੈਂਬਰ ਇਨ ਵਿਚ ਦੇਅਰ ਇਜ਼ ਅ ਨੋ ਆਕਸੀਜਨ। ਜਿਹੜਾ ਆਪਣਾ ਗੈਸ ਚੈਂਬਰ ਹੈ ਨਾ ਪੂਰਾ ਇਹ ਵਾਲਾ ਜਿਹੜਾ ਬਾਇਓਗੈਸ ਵਾਲਾ, ਇਹਦੇ ਵਿੱਚ ਜਿਹੜਾ ਡੂਮ ਲਾਈਕ ਸਟਰਕਚਰ, ਇਹਦੇ ਵਿੱਚ ਕੋਈ ਵੀ ਆਪਣੇ ਕੋਲ ਗੈਸ ਵਗੈਰਾ ਐਂਟਰ ਨਹੀਂ ਕਰ ਸਕਦੀ। ਐਨ ਐਨਾਰੋਬਿਕ microorganisms that do not require oxygen decompose or break down complex compounds of the cow dung slurry, ਇਟ ਟੇਕਸ ਅ ਫਿਊ ਡੇਜ਼। ਠੀਕ ਹੈ, ਓਕੇ। ਇਹਦੇ ਵਿੱਚ ਕੀ ਕਹਿੰਦੇ ਪਏ, ਐਨਾਰੋਬਿਕ ਮਾਈਕਰੋ ਆਰਗੈਨਿਜ਼ਮ। ਐਨਾਰੋਬਿਕ ਮਾਈਕਰੋ ਆਰਗੈਨਿਜ਼ਮ ਕਿਹੜੇ ਹੁੰਦੇ ਆ, ਜਿਹੜੇ ਆਕਸੀਜਨ ਨੂੰ ਰਿਕੁਆਇਰ ਨਹੀਂ ਕਰਦੇ। ਜਿੱਦਾਂ ਆਪਾਂ ਨੂੰ ਆਕਸੀਜਨ ਚਾਹੀਦੀ ਹੁੰਦੀ ਹੈ ਨਾ ਖਾਣੇ ਨੂੰ ਬ੍ਰੇਕ ਡਾਊਨ ਕਰਨ ਲਈ, ਜਿਹੜਾ ਆਪਾਂ ਰੋਟੀ ਖਾਈਦੀ ਹੈ ਉਹਦੀ ਬ੍ਰੇਕ ਡਾਊਨ ਕਰਨ ਲਈ ਆਪਾਂ ਨੂੰ ਆਕਸੀਜਨ ਚਾਹੀਦੀ ਹੁੰਦੀ, ਪਰ ਇੱਦਾਂ ਦੇ ਮਾਈਕਰੋ ਆਰਗੈਨਿਜ਼ਮਸ ਵੀ ਹੁੰਦੇ ਹੈ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ ਹੈ ਖਾਣੇ ਨੂੰ ਬ੍ਰੇਕ ਡਾਊਨ ਕਰਨ ਦੇ ਲਈ। ਉਹ ਵਾਲੇ ਜਿਹੜੇ ਮਾਈਕਰੋ ਆਰਗੈਨਿਜ਼ਮ ਇਹਦੇ ਵਿੱਚ ਹੁੰਦੇ ਆ, ਉਹ ਕੀ ਕਰਦੇ, ਕਾਊ ਡੰਕ ਜਿਹੜਾ ਆਪਣਾ ਮੱਝ ਦਾ ਗੋਹਾ ਤੇ ਪਾਣੀ ਦੇ ਨਾਲ ਮਿਕਸ ਹੋ ਕੇ ਆਪਾਂ ਸੁੱਟਿਆ ਸੀ ਵਿੱਚ, ਉਹ ਡੀਕੰਪੋਜ਼ ਹੋਣਾ ਸਟਾਰਟ ਕਰ ਦਿੰਦਾ, ਕੁਛ ਦਿਨ ਲੈ ਸਕਦਾ। ਇਟ ਟੇਕਸ ਅ ਫਿਊ ਡੇਜ਼ ਫॉर द decomposition process to be complete and generate gases like methane, carbon dioxide, hydrogen and hydrogen sulfide। ਠੀਕ ਹੈ, ਇਹਦੇ ਵਿੱਚ ਆਪਣੇ ਤੋਂ ਮਿਥੇਨ ਜਨਰੇਟ ਹੁੰਦੀ, ਕਾਰਬਨ ਡਾਈਆਕਸਾਈਡ ਜਨਰੇਟ ਹੁੰਦੀ ਹੈ, ਹਾਈਡਰੋਜਨ ਸਲਫਾਈਡ। ਇਹ ਤੁਸੀਂ ਯਾਦ ਕਰ ਲਿਓ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਪ੍ਰੋਡਿਊਸ ਹੁੰਦੀਆਂ ਪਈਆਂ। ਓਕੇ, the biogas is stored in a gas tank above the digester from which they are drawn through the pipe for use। ਉਹਦੇ ਉੱਪਰ ਦੇਖੋ ਡੂਮ ਲਾਈਕ ਸਟਰਕਚਰ ਦੇ ਉੱਪਰ ਗੈਸ ਇੱਕ ਪਾਈਪ ਲਗਾ ਦਿੱਤਾ, ਜਿਹਦੇ ਵਿੱਚ ਆਪਾਂ ਉਹ ਜਿਹੜੀ ਗੈਸ ਪ੍ਰੋਡਿਊਸ ਹੁੰਦੀ ਪਈ ਸੀ ਉਹਨਾਂ ਨੂੰ ਆਪਾਂ ਕਮਰਸ਼ੀਅਲ ਯੂਜ਼ ਜਾਂ ਘਰ ਦੇ ਯੂਜ਼ ਲਈ ਆਪਾਂ ਯੂਜ਼ ਕਰਦੇ ਪਏ ਹਾਂ। ਬਾਇਓਗੈਸ ਇਜ਼ ਐਨ ਐਕਸੀਲੈਂਟ ਫਿਊਲ ਐਜ਼ ਇਟ ਕੰਟੇਨਸ 70 ਅਪ ਟੂ 75% ਆਫ ਮਿਥੇਨ। ਇਹਦੇ ਵਿੱਚ ਬਹੁਤ ਵਧੀਆ ਫਿਊਲ ਐਜ਼ ਆ ਮੰਨਿਆ ਜਾ ਸਕਦਾ, ਕਿਉਂਕਿ ਇਹਦੇ ਵਿੱਚ 75% ਮਿਥੇਨ ਹੁੰਦੀ ਹੈ। ਇਟ ਬਰਨਸ ਵਿਦਾਊਟ ਸਮੋਕ, ਲੀਵਸ ਨੋ ਰੈਜ਼ੀਡਿਊ ਲਾਈਕ ਐਸ਼ਿਜ ਇਨ ਵੁੱਡ, ਚਾਰਕੋਲ ਐਂਡ ਕੋਲ ਬਰਨਿੰਗ। ਠੀਕ ਹੈ, ਇਹਦੀ ਸਭ ਤੋਂ ਵਧੀਆ ਗੱਲ ਹੈ ਕਿ ਇਹਦੇ ਵਿੱਚ ਕੋਈ ਵੀ ਸਮੋਕ ਨਹੀਂ ਪ੍ਰੋਡਿਊਸ ਹੁੰਦਾ, ਕੋਈ ਵੀ ਆਪਣੇ ਤੋਂ ਰੈਜ਼ੀਡਿਊ ਨਹੀਂ ਬਚਦਾ। ਜਿੱਦਾਂ ਆਪਾਂ ਲੱਕੜ ਸਾੜੀ, ਲੱਕੜ ਦੇ ਵਿੱਚ ਆਪਣੇ ਕੋਲ ਬਾਅਦ ਦੇ ਵਿੱਚ ਆਪਣੇ ਤੋਂ ਰਾਖ ਬਚ ਜਾਂਦੀ ਹੈ, ਠੀਕ ਹੈ, ਲੱਕੜ ਦੇ ਕੁਝ ਰੈਜ਼ੀਡਿਊਸ ਬਚ ਜਾਂਦੇ ਹੈ, ਪਰ ਇਹਦੇ ਵਿੱਚ ਕੁਝ ਵੀ ਨਹੀਂ ਬਚਦਾ ਆਪਣੇ ਤੋਂ। ਇਟਸ ਹੀਟਿੰਗ ਕਪੈਸਿਟੀ ਇਜ਼ ਹਾਈ, ਇਹਦੀ ਹੀਟਿੰਗ ਕਪੈਸਿਟੀ ਵੀ ਬਹੁਤ ਜ਼ਿਆਦਾ ਆ, ਹੀਟ ਬਹੁਤ ਜ਼ਿਆਦਾ ਪ੍ਰੋਡਿਊਸ ਕਰਦੇ। ਬਾਇਓਗੈਸ ਇਜ਼ ਆਲਸੋ ਯੂਜ਼ਡ ਫॉर ਲਾਈਟਨਿੰਗ। ਦ ਸਲਰੀ ਲੈਫਟ ਬਿਹਾਈਂਡ ਇਜ਼ ਰਿਮੂਵਡ ਪੀਰੀਓਡਿਕਲੀ ਐਂਡ ਯੂਜ਼ਡ ਐਜ਼ ਐਕਸੀਲੈਂਟ ਮੈਨਿਓਰ। ਜਿਹੜੀ ਹੁਣ ਤੁਸੀਂ ਸੋਚਦੇ ਹੋ ਕਿ ਗੈਸਿਸ ਤੇ ਆਪਾਂ ਪੁੱਲ ਆਊਟ ਕਰ ਲਈਆਂ, ਬਟ ਜਿਹੜੀ ਸਲਰੀ ਥੱਲੇ ਬਚੀ ਸੀ ਕਾਊ ਡੰਕ ਤੇ ਮੋਟਰ ਵਾਲੀ, ਠੀਕ ਹੈ, ਉਹਨੂੰ ਆਪਾਂ ਮੈਨਿਓਰ ਯੂਜ਼ ਕਰ ਲਈਦਾ। ਮੈਨਿਓਰ ਮਤਲਬ ਖੇਤਾਂ ਦੇ ਵਿੱਚ ਪਾ ਕੇ ਆਪਣੀ ਰਿਚ ਨਾਈਟ੍ਰੋਜਨ ਤੇ ਫੋਸਫੋਰਸ ਦੀ ਨੀਡਸ ਨੂੰ ਪੂਰਾ ਕਰ ਲਈਦਾ ਆ। The large scale utilization of bio waste and sewage material provides a safe and efficient method of waste disposal besides supplying energy and manure। ਠੀਕ ਹੈ, ਇਹਨੂੰ ਆਪਾਂ ਲਾਰਜ ਸਕੇਲ ਤੇ ਯੂਜ਼ ਕਰਕੇ ਕਾਫੀ ਤਰ੍ਹਾਂ ਵਧੀਆ ਤਰ੍ਹਾਂ એનર્ਜੀ ਤੇ ਮੈਨਿਓਰ ਪ੍ਰੋਡਿਊਸ ਕਰ ਸਕਦੇ ਹਾਂ। એનર્ਜੀ ਵੀ ਪ੍ਰੋਡਿਊਸ ਹੁੰਦੀ ਪਈ, ਮੈਨਿਓਰ ਵੀ ਖੇਤਾਂ ਲਈ ਪ੍ਰੋਡਿਊਸ ਹੁੰਦੇ ਪਏ। ਡੂ ਯੂ ਥਿੰਕ ਦੈਟ ਬਾਇਓਮਾਸ ਇਜ਼ ਅ ਰੀਨਿਊਏਬਲ ਸੋਰਸ ਆਫ એનર્ਜੀ? ਆਫ ਕੋਰਸ ਇਟ ਇਜ਼ ਅ ਰੀਨਿਊਏਬਲ ਸੋਰਸਿਸ ਆਫ એનર્ਜੀ, ਕਿਉਂਕਿ ਜਿਹੜੀ ਉਹ ਆਪਣੀ ਮੈਨਿਓਰ ਸੀ, ਮੈਨਿਓਰ ਦੁਬਾਰਾ ਆਪਾਂ ਖੇਤਾਂ ਦੇ ਵਿੱਚ ਸੁੱਟ ਦਿੱਤਾ ਤੇ ਗੈਸ ਜਿਹੜਾ ਆਪਾਂ ਯੂਜ਼ ਕਰ ਲਈ ਹੈ। ਤੇ ਜਿਹੜੀ ਖੇਤਾਂ ਦੇ ਵਿੱਚ ਆਪਾਂ ਮੈਨਿਓਰ ਸੁੱਟੀ ਹੈ, ਉੱਥੋਂ ਆਪਾਂ ਪਲਾਂਟਸ ਨੂੰ ਦੁਬਾਰਾ ਪ੍ਰੋਡਿਊਸ ਕਰਨਾ, ਉੱਥੋਂ ਫਿਰ ਕਾਊਜ਼ ਨੇ ਦੁਬਾਰਾ ਉਹਨੂੰ ਖਾਣਾ, ਤੇ ਬਾਅਦ ਵਿੱਚ ਫਿਰ ਅਗੇਨ ਵੇਸਟ ਇਜੈਸ਼ਨ ਕਰਨਾ ਉਹਨਾਂ ਨੇ, ਇਜੈਸ਼ਨ ਕਰਕੇ ਫਿਰ ਦੁਬਾਰਾ ਰੀਸਾਈਕਲ ਦੇ ਵਿੱਚ ਜਾਈ ਜਾਣਾ ਇੱਦਾਂ ਹੀ। ਵਿੰਡ ਐਨਰਜੀ, ਹੁਣ ਆਪਾਂ ਗੱਲ ਕਰਾਂਗੇ ਵਟ ਇਜ਼ ਅ ਵਿੰਡ ਐਨਰਜੀ। ਵੈਸੇ ਤਾਂ ਤੁਹਾਨੂੰ ਥੋੜਾ ਪਤਾ ਹੋਣਾ ਇੱਦਾਂ ਦਾ ਆਪਣੇ ਕੋਲ ਵਿੰਡ ਐਨਰਜੀ ਦਾ ਪਲਾਂਟ ਹੁੰਦਾ ਆ। ਵੀ ਸੌ ਇਨ ਕਲਾਸ 9th ਹਾਊ ਅਨਈਕੁਅਲ ਹੀਟਿੰਗ ਆਫ ਲੈਂਡ ਮਾਸ ਐਂਡ ਵਾਟਰ ਬੋਡੀਜ਼ ਬਾਈ ਸੋਲਰ ਰੇਡੀਏਸ਼ਨ ਜਨਰੇਟ ਏਅਰ ਮੂਵਮੈਂਟ ਐਂਡ ਕਾਜ਼ਜ਼ ਵਿੰਡਸ ਟੂ ਬਲੋ। 9th ਕਲਾਸ ਦੇ ਵਿੱਚ ਆਪਾਂ ਆਲਰੇਡੀ ਪੜ੍ਹ ਕੇ ਆ ਚੁੱਕੇ ਹਾਂ ਇਹਨਾਂ ਬਾਰੇ ਕਿ ਆਪਣੇ ਕੋਲ ਵਿੰਡਸ ਕਿੱਦਾਂ ਬਲੋ ਕਰਦੀਆਂ ਹੈ। ਠੀਕ ਹੈ, ਆਪਾਂ ਪੜ੍ਹਿਆ ਸੀ ਉਦੋਂ ਕਿ ਗਰਮ ਹਵਾ ਜਿਹੜੀ ਹੁੰਦੀ ਹੈ ਉੱਪਰ ਚਲੀ ਜਾਂਦੀ, ਉਹਦੀ ਜਗ੍ਹਾ ਫਿਰ ਠੰਡੀ ਹਵਾ ਲੈਣ ਲਈ ਇੱਧਰੋਂ ਮਤਲਬ ਆਲੇ ਦੁਆਲੇ ਮੂਵ ਔਨ ਕਰ ਜਾਂਦੀ ਹੈ। ਕੈਨੇਟਿਕ ਐਨਰਜੀ ਆਫ ਦੀ ਵਿੰਡ ਕੈਨ ਬੀ ਯੂਜ਼ ਟੂ ਡੂ ਵਰਕ। ਜਿਹੜੀ ਆਪਣੇ ਕੋਲ ਕੈਨੇਟਿਕ ਐਨਰਜੀ ਹੁੰਦੀ ਵਿੰਡ ਦੀ, ਉਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਵਰਕ ਕਰਨ ਲਈ। ਐਨਰਜੀ ਵਾਜ਼ ਹਾਰਨਸਡ ਬਾਈ ਵਿੰਡ ਮਿਲਸ ਇਨ ਦੀ ਪਾਸਟ ਟੂ ਡੂ ਮਕੈਨੀਕਲ ਵਰਕਸ। ਜਿਹੜੀ
ਪੁਰਾਣੇ ਟਾਈਮ ਦੇ ਵਿੱਚ ਵਿੰਡਮਿਲਸ ਨੂੰ ਬਹੁਤ ਸਾਰੇ ਮਕੈਨੀਕਲ ਵਰਕਸ ਲਈ ਵੀ ਕੰਮ ਕੀਤਾ ਜਾਂਦਾ ਸੀ। ਫੋਰ ਐਗਜ਼ਾਮਪਲ ਇਨ ਲਿਫਟਿੰਗ ਵਾਟਰ ਲਿਫਟਿੰਗ ਪੰਪ, ਠੀਕ ਹੈ, ਪਾਣੀ ਨੂੰ ਖੇਤਾਂ ਦੇ ਵਿੱਚ ਥੱਲੇੋਂ ਖੂਹ ਦੇ ਵਿੱਚੋਂ ਕੱਢਣ ਲਈ ਯੂਜ਼ ਕੀਤਾ ਜਾਂਦਾ। ਦਾ ਰੋਟੇਟਰੀ ਮੋਸ਼ਨ ਆਫ ਵਿੰਡਮਿਲ ਇਜ਼ ਯੂਟੀਲਾਈਜ਼ ਟੂ ਲਿਫਟ ਵਾਟਰ ਫਰੋਮ ਅ ਵੈਲ, ਠੀਕ ਹੈ, ਉਹੀ ਗੱਲ ਕਿ ਖੂਹ ਦੇ ਵਿੱਚੋਂ ਪਾਣੀ ਕੱਢਣ ਲਈ ਵੀ ਯੂਜ਼ ਕੀਤਾ ਜਾਂਦਾ ਸੀ ਪੁਰਾਣੇ ਟਾਈਮ ਦੇ ਵਿੱਚ। ਟੂਡੇ ਵਿੰਡ ਐਨਰਜੀ ਇਜ਼ ਆਲਸੋ ਯੂਜ਼ ਟੂ ਜਨਰੇਟ ਇਲੈਕਟ੍ਰੀਸਿਟੀ, ਅੱਜ ਕੱਲ੍ਹ ਵਿੰਡ ਐਨਰਜੀ ਨੂੰ ਆਪਾਂ ਇਲੈਕਟ੍ਰੀਸਿਟੀ ਜਨਰੇਟ ਕਰਨ ਲਈ ਵੀ ਯੂਜ਼ ਕਰਦੇ ਪਏ ਹਾਂ। ਵਿੰਡ ਮਿਲ essentially consist of a structure similar to a large electric fan that is erected at some height on a region sport, ਠੀਕ ਹੈ, ਲੈਫਟ ਹੈਂਡ ਸਾਈਡ ਦੇ ਵਿੱਚ ਤੁਸੀਂ ਰਾਈਟ ਹੈਂਡ ਸਾਈਡ ਦੇ ਵਿੱਚ ਤੁਸੀਂ ਦੇਖ ਸਕਦੇ ਇੱਕ ਵਿੰਡ ਮਿਲ ਲੱਗਾ ਹੋਇਆ ਤੁਹਾਡੇ ਕੋਲ, ਠੀਕ ਹੈ। To generate electricity, the rotatory motion of the windmill is used to turn the turbine of the electric generator। ਉਹੀ ਇਹਦੇ ਵਿੱਚ ਵੀ ਸੇਮ ਮਕੈਨਿਕ ਚੱਲਦੀ ਪਈ ਹੈ ਆਪਣੇ ਕੋਲ। ਡਾਇਨਮੋ ਲੱਗਾ ਹੁੰਦਾ ਇੱਕ, ਮਕੈਨੀਕਲ એનર્ਜੀ ਟੂ ਇਲੈਕਟ੍ਰਿਕ એનર્ਜੀ ਕਨਵਰਟ ਕਰਦਾ, ਜੋ ਆਪਣਾ ਜਿਹੜਾ ਫੈਨ ਹੈ ਉਹ ਆਪਣੇ ਆਪ ਹੀ ਹਵਾ ਦੇ ਨਾਲ ਘੁੰਮਦਾ ਆ, ਹਵਾ ਦੇ ਨਾਲ ਘੁੰਮਣ ਨਾਲ ਜਿਹੜਾ ਡਾਇਨਮੋ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਦਾ ਆ। ਦਾ ਆਊਟਪੁੱਟ ਆਫ ਅ ਸਿੰਗਲ ਵਿੰਡਮਿਲ ਇਜ਼ ਕੁਆਇਟ ਸਮॉल ਐਂਡ ਕੈਨੋਟ ਬੀ ਯੂਜ਼ ਫॉर ਕਮਰਸ਼ੀਅਲ ਪਰਪਸ। ਪਰ ਇਹਦਾ ਪ੍ਰੋਬਲਮ ਇਜ਼ ਦੈਟ ਕਿ ਵਿੰਡਮਿਲ ਦੇ ਵਿੱਚ ਬਹੁਤ ਥੋੜ੍ਹੀ એનર્ਜੀ, ਇੱਕ ਵਿੰਡਮਿਲ ਵਿੱਚ ਬਹੁਤ ਥੋੜ੍ਹੀ એનર્ਜੀ ਪ੍ਰੋਡਿਊਸ ਹੁੰਦੀ, ਇਹਨੂੰ ਲਾਰਜ ਸਕੇਲ ਦੇ ਉੱਪਰ ਆਪਾਂ ਨੂੰ ਲਗਾਉਣਾ ਪੈਂਦਾ। ਦੇਅਰਫੋਰ ਅ ਨੰਬਰ ਆਫ ਵਿੰਡਮਿਲਸ ਆਰ ਇਰੈਕਟਿਡ ਓਵਰ ਅ ਲਾਰਜ ਏਰੀਆ, ਇਸ ਕਰਕੇ ਆਪਾਂ ਨੂੰ ਕਿੰਨੇ ਸਾਰੇ ਵਿੰਡਮਿਲਸ ਲਗਾਉਣੇ ਪੈਂਦੇ ਜਿਹੜੀ ਆਪਣੀ ਇਲੈਕਟ੍ਰੀਕਲ એનર્ਜੀ ਦੀ ਨੀਡਸ ਨੂੰ ਕੰਪਲੀਟ ਕਰ ਸਕਣ, ਵਿਚ ਇਜ਼ ਨੋਨ ਐਜ਼ ਵਿੰਡ એનર્ਜੀ ਫਾਰਮ, ਜਿਹਨੂੰ ਆਪਾਂ ਵਿੰਡ એનર્ਜੀ ਫਾਰਮ ਵੀ ਕਹਿੰਦੇ ਹਾਂ। The energy output of each windmill in a farm is coupled together to get a electricity on a commercial scale, ਠੀਕ ਹੈ। ਇਹਨੂੰ ਇਕੱਠੇ ਨੂੰ ਫਿਰ ਪੂਰੀ ਯੂਜ਼ ਕਰਕੇ ਤੇ ਆਪਾਂ ਆਪਣੀ ਜਿਹੜੀਆਂ ਵੀ ਇਲੈਕਟ੍ਰਿਕ ਦੀ ਨੀਡਸ ਇਹਨੂੰ ਕੰਪਲੀਟ ਕਰਦੇ ਪਏ ਹਾਂ। Wind energy is an environmentally friendly ਐਂਡ ਐਫੀਸ਼ੀਐਂਟ ਸੋਰਸ ਆਫ ਰੀਨਿਊਏਬਲ ਸੋਰਸ એનર્ਜੀ। ਆਪਾਂ ਕਹਿ ਸਕਦੇ ਕਿ ਵਿੰਡ ਮਿਲ ਆਪਣੇ ਤੋਂ ਰੀਨਿਊਏਬਲ એનર્ਜੀ ਦਾ ਇੱਕ ਸੋਰਸ ਹੈ। ਇਟ ਰਿਕੁਆਇਰਸ ਨੋ ਰਿਕਰਿੰਗ ਐਕਸਪੈਂਸਿਸ ਫॉर ਦੀ ਪ੍ਰੋਡਕਸ਼ਨ ਆਫ ਇਲੈਕਟ੍ਰੀਸਿਟੀ, ਆਪਾਂ ਨੂੰ ਕੋਈ ਵੀ ਮਤਲਬ ਪੈਸੇ ਨਹੀਂ ਲਗਾਉਣੇ ਪੈਂਦੇ ਪਏ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨ ਦੇ ਲਈ। ਇਨੀਸ਼ੀਅਲ ਕਾਸਟ ਹੁੰਦੀ ਹੈ ਹਰੇਕ ਚੀਜ਼ ਦੀ, ਕਿਉਂਕਿ ਆਪਾਂ ਨੂੰ ਬਣਾਉਣਾ ਤਾਂ ਪਊਗਾ ਨਾ ਵਿੰਡ ਮਿਲ, ਇੱਕ ਜਗ੍ਹਾ ਵੀ ਚਾਹੀਦੀ ਆਪਾਂ ਨੂੰ ਬਹੁਤ ਜ਼ਿਆਦਾ ਵਿੰਡ ਮਿਲ ਲਗਾਉਣ ਲਈ, ਠੀਕ ਹੈ। ਬਟ ਥਿੰਗ ਇਜ਼ ਦੈਟ ਕਿ ਇੱਕ ਵਾਰ ਜਦੋਂ ਆਪਣਾ ਚੱਲ ਪਿਆ ਕੰਮ, ਬਾਅਦ ਵਿੱਚ એનર્ਜੀ ਹੀ ਪ੍ਰੋਡਿਊਸ ਹੋਣੀ, ਆਪਾਂ ਨੂੰ ਕੁਛ ਵੀ ਬਸ ਮੇਨਟੇਨੈਂਸ ਐਂਡ એનર્ਜੀ ਹੀ ਪ੍ਰੋਡਿਊਸ ਹੋਣੀ ਉੱਥੋਂ, ਠੀਕ ਹੈ। थोड़ी बहुत मेंटेनेंस आएगी, तो ज़्यादा कुछ नहीं है। बट देयर आर मैनी लिमिटेशन इन हार्सनिंग विंड एनर्जी। फर्स्टली विंड एनर्जी फार्म्स कैन बी established only at those places where wind blows for the greater part of your year। ਪਹਿਲੀ ਗੱਲ ਤੇ ਆਪਾਂ ਨੂੰ ਵਿੰਡ એનર્ਜੀ ਵਿੰਡ ਮਿਲਸ ਆਪਾਂ ਉੱਥੇ ਲਗਾ ਸਕਦੇ ਹਾਂ ਜਿੱਥੇ ਸਾਲ ਭਰ ਆਪਣੇ ਤੋਂ ਹਵਾ ਹੀ ਚੱਲਦੀ ਰਹਿੰਦੀ ਹੈ, ਠੀਕ ਹੈ, ਤੇ ਹਵਾ ਵੀ ਆਪਣੇ ਤੋਂ 15 ਕਿਲੋਮੀਟਰ ਪਰ ਆਵਰ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਵਿੰਡ ਸਪੀਡ ਸ਼ੁੱਡ ਬੀ ਆਲਸੋ the wind speed should also be higher than the 15 km per hour to maintain the required speed of the turbine, ਠੀਕ ਹੈ। ਤੇ ਇਸ ਕਰਕੇ ਉਹਦੀ ਹਵਾ ਵੀ ਤੇਜ਼ ਚੱਲਣੀ ਚਾਹੀਦੀ ਤੇ ਪੂਰੇ ਸਾਲ ਇੱਕ ਹਵਾ ਵੀ ਚੱਲਦੀ ਰਹਿਣੀ ਚਾਹੀਦੀ। ਫਰਦਰ ਮੋਰ ਦੇਅਰ ਸ਼ੁੱਡ ਬੀ some backup facilities to take care of the energy needs during a period when there is a no wind, ਠੀਕ ਹੈ। ਆਪਾਂ ਨੂੰ ਇਹ ਵੀ ਚੀਜ਼ ਦੇਖਣੀ ਪੈਣੀ ਹੈ ਕਿ ਜਦੋਂ ਹਵਾ ਨਹੀਂ ਚੱਲਣੀ ਤੇ ਉਦੋਂ ਆਪਾਂ એનર્ਜੀ ਨੀਡਸ ਨੂੰ ਕਿੱਦਾਂ ਕੰਪਲੀਟ ਕਰਨਾ, ਉੱਥੇ ਆਪਾਂ ਨੂੰ ਬੈਕਅਪ એનર્ਜੀ ਵੀ ਚਾਹੀਦੀ ਹੈ ਜਿਹੜੀ એનર્ਜੀ ਬਣਾ ਕੇ ਆਪਾਂ ਸੇਵ ਕਰ ਸਕੀਏ। Establishment of the wind farms require a large area of land। ਉਹੀ ਗੱਲ ਆਉਂਦੀ ਕਿ ਇੱਥੇ ਆਪਾਂ ਨੂੰ ਇੱਕ ਬਹੁਤ ਵੱਡਾ piece of land ਚਾਹੀਦਾ for a 1 megawatt generator। The farm needs about 2 hectares of land, ਬਹੁਤ ਜ਼ਿਆਦਾ land ਚਾਹੀਦੀ ਹੈ। The initial cost of establishment of the farm is quite high, moreover since the tower and blades are exposed to the vagaries of nature like rain, sun, storm and cyclone, they need a high level of maintenance। ਇਹਦੇ ਨਾਲ ਆਪਾਂ ਨੂੰ ਮੇਨਟੇਨੈਂਸ ਵੀ ਬਹੁਤ ਕਰਨੀ ਪੈਂਦੀ, ਕਿਉਂਕਿ ਇਹ ਜਿਹੜੇ ਵਿੰਡ ਮਿਲਸ ਹੈ ਹਰੇਕ ਮੌਸਮ ਦੇ ਵਿੱਚ ਆਪਣੇ ਤੋਂ ਬਾਹਰ ਹੀ ਰਹਿਣੇ ਹੁੰਦੇ ਆ। ਸਨ ਦੇ ਵਿੱਚ ਵੀ ਇੱਦਾਂ ਹੀ ਰਹਿਣੇ, ਰੇਨ ਦੇ ਵਿੱਚ ਵੀ ਇੱਦਾਂ ਰਹਿਣੇ, ਠੰਡ ਦੇ ਵਿੱਚ ਵੀ, ਗਰਮੀਆਂ ਦੇ ਵਿੱਚ ਵੀ, ਤੇ ਖਰਾਬ ਵੀ ਹੋ ਸਕਦੀ ਹੈ ਟਾਈਮ ਦੇ ਨਾਲ, ਠੀਕ ਹੈ। ਓਕੇ, ਅਲਟਰਨੇਟਿਵ ਔਰ ਨਾਨ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ। ਹੁਣ ਆਪਾਂ ਗੱਲ ਕਰਾਂਗੇ ਕਿ ਦੋ ਸੋਰਸਿਸ ਆਫ ਐਨਰਜੀ ਯੂਜ਼ ਕਰ ਲਏ ਸੀ, ਦੈਟ ਇਜ਼ ਬਾਇਓਗੈਸ ਪਲਾਂਟ ਬਾਰੇ ਗੱਲ ਕੀਤੀ ਸੀ ਤੇ ਆਪਾਂ ਵਿੰਡ ਮਿਲ ਬਾਰੇ ਗੱਲ ਕੀਤੀ ਸੀ, ਵਿੰਡ ਐਨਰਜੀ ਬਾਰੇ। ਹੁਣ ਆਪਾਂ ਹੋਰ ਵੀ ਕੁਝ ਸੋਰਸਿਸ ਉੱਪਰ ਦੇਖਾਂਗੇ ਕਿ ਹੋਰ ਕਿਹੜੇ ਕਿਹੜੇ ਸੋਰਸਿਸ ਆਪਣੇ ਤੋਂ ਹੈਗੇ, ਅਲਟਰਨੇਟਿਵ ਕਿਹੜੇ ਹੈ। with technological progress our demand for energy increases day by day, our lifestyle also changing, we use machines to do more and more of our task, our basic requirements are also increasing as industrialization improves our living standard। ਜਿੱਦਾਂ ਜਿੱਦਾਂ ਆਪਣੀ ਲਾਈਫ ਵਧੀਆ ਹੁੰਦੀ ਪਈ ਹੈ, ਫੋਰ ਐਗਜ਼ਾਮਪਲ ਆਪਾਂ ਫੋਨ ਯੂਜ਼ ਕਰਦੇ ਪਏ, ਫੋਨ ਨੂੰ એનર્ਜੀ ਕਿੱਥੋਂ ਚਾਹੀਦੀ ਹੈ, ਅਫਕੋਰਸ ਆਪਾਂ ਨੂੰ ਚਾਰਜ ਕਰਨਾ ਪੈਂਦਾ। ਇਸ ਕਰਕੇ ਜਿੱਦਾਂ ਜਿੱਦਾਂ ਆਪਣੀ ਲਾਈਫ ਸਟਾਈਲ ਚੇਂਜ ਹੁੰਦਾ ਪਿਆ, ਆਪਣੀ એનર્ਜੀ ਨੀਡਸ ਵੀ ਵੱਧਦੀਆਂ ਪਈਆਂ ਦਿਨੋਂ ਦਿਨ, ਠੀਕ ਹੈ। As our demand for energy increases, we need to look for more and more sources of energy। We could develop the technology to use the available or known
sources of energy for more efficiently and also look to new sources of energy। ਆਪਾਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪੈਣਾ ਕਿ ਆਪਾਂ ਨਵੀਂ ਟੈਕਨੋਲੋਜੀ ਨੂੰ ਅਡੋਪਟ ਕਰੀਏ ਸੋ ਦੈਟ ਕਿ ਆਪਣੇ ਜਿਹੜੀਆਂ ਐਨਰਜੀ ਨੀਡਸ ਹੈ ਸਾਰੀਆਂ ਜਿੰਨੀਆਂ ਵੀ ਆਪਾਂ ਨੀਡਸ ਨੂੰ ਲੈਂਦੇ ਪਏ ਉਹਨਾਂ ਨੂੰ ਪ੍ਰੋਪਰਲੀ ਕੰਪਲੀਟ ਕਰ ਸਕੀਏ। ਐਜ਼ ਨਿਊ ਸੋਰਸ ਆਫ ਐਨਰਜੀ ਵੀ ਸੀਕ ਟੂ ਐਕਸਪਲੋਰ would not be a specific device developed with that source in mind। We shall now look at the some latest source of energy that we seek to tap। ਠੀਕ ਹੈ, ਹੁਣ ਆਪਾਂ ਕੁਛ ਇੱਦਾਂ ਦੇ sources of energy ਬਾਰੇ ਵੀ ਪੜਾਂਗੇ ਜਿਹੜੇ ਨਵੇਂ ਹੈ ਆਪਣੇ ਲਈ। ਠੀਕ ਹੈ, ਜਿਹੜੀ ਟੈਕਨੋਲੋਜੀ ਦੇ ਨਾਲ ਆਏ ਦਾ ਟੈਕਨੋਲੋਜੀ ਡਿਜ਼ਾਈਨ ਟੂ ਕੈਪਚਰ ਐਂਡ ਸਟੋਰ ਦ ਐਨਰਜੀ ਫਰੋਮ ਦੈਟ ਸੋਰਸ। ਇੱਦਾਂ ਦੀ ਐਨਰਜੀ ਹੈਗੇ ਜਿਹੜੇ ਟੈਕਨੋਲੋਜੀ ਨੂੰ ਕੈਪਚਰ ਕਰਦੀ ਪਈ ਅਤੇ ਉਹਨੂੰ ਆਪਣੇ ਵਿੱਚ ਸਟੋਰ ਕਰਦੀ ਪਈ ਹੈ। ਐਂਡ ਦੈਟਸ ਇਨਫ ਫॉर ਟੂਡੇ। ਬਾਕੀ ਆਪਾਂ ਨੈਕਸਟ ਟਾਈਮ ਕੰਟੀਨਿਊ ਕਰਾਂਗੇ ਨਵੇਂ ਜਿਹੜੇ ਸੋਲਰ ਐਨਰਜੀ ਬਾਰੇ। ਠੀਕ ਹੈ, ਹੋਰ ਵੀ ਸੋਰਸਿਸ ਬਾਰੇ ਆਪਾਂ ਗੱਲ ਕਰਾਂਗੇ ਇਹਦੇ ਵਿੱਚ। ਓਕੇ, ਥੈਂਕ ਯੂ।